ਦੋਸਤੋ ਅੱਜ ਅਸੀਂ ਪੰਜਾਬੀ ਸਾਹਿਤ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਲਿਖਿਆ ਨਿਬੰਧ ਸਾਡੇ ਲੋਕ ਗੀਤ ਕਰਾਂਗੇ। ਤੁਸੀਂ ਆਪਣੇ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਕਰੋ। ਨਿਬੰਧ ਸਾਡੇ ਲੋਕ ਗੀਤ। ਨਿਬੰਧਕਾਰ ਪ੍ਰਿੰਸੀਪਲ ਤੇਜਾ ਸਿੰਘ 1893 ਤੋਂ 1958। ਸਾਰਾ ਹਿੰਦੁਸਤਾਨ ਇੱਕ ਹੈ, ਹਿੰਦੁਸਤਾਨ ਦੀ ਜਿੰਦ ਜਾਨ ਇੱਕ ਹੈ। ਅੱਡ-ਅੱਡ ਇਲਾਕਿਆਂ ਦੇ ਅੱਡ-ਅੱਡ ਨਜ਼ਾਰੇ, ਹਵਾ ਪਾਣੀ ਦਾ ਅਣਮੋਲ, ਲੋਕਾਂ ਦੀਆਂ ਕਾਲੀਆਂ ਗੋਰੀਆਂ ਨੁਹਾਰਾਂ ਵੱਖੋ ਵੱਖਰੀਆਂ ਬੋਲੀਆਂ, ਵੱਖੋ ਵੱਖਰੇ ਕਾਰ ਵਿਹਾਰ ਵੇਖ ਕੇ ਨਿਰੀ ਭੂਗੋਲਿਕ ਨਜ਼ਰ ਰੱਖਣ ਵਾਲੇ ਪਏ ਕਹਿਣ ਕਿ ਹਿੰਦ ਇੱਕ ਨਹੀਂ ਅਤੇ ਇਹਦੇ ਜੀਵਨ ਵਿੱਚ ਕੋਈ ਏਕਤਾ ਨਹੀਂ। ਨਿਰੇ ਪੋਲੀਟੀਕਲ ਝਗੜਿਆਂ ਨੂੰ ਪਛਾਣਨ ਵਾਲੇ ਤੰਗ ਦਿਲ ਇਤਿਹਾਸਕਾਰ ਪਏ ਆਖਣ ਕਿ ਹਿੰਦਵਾਸੀ ਇੱਕ ਨਹੀਂ, ਇਹਨਾਂ ਦੀ ਸੱਭਿਅਤਾ, ਧਰਮ ਤੇ ਰਹਿਣੀ ਬਹਿਣੀ ਇੱਕ ਨਹੀਂ। ਪਰ ਇਹਨਾਂ ਸਾਰਿਆਂ ਵਖੇਵਿਆਂ ਦੇ ਹੁੰਦਿਆਂ ਸਾਡੇ ਵਿੱਚ ਇੱਕ ਚੀਜ਼ ਹੈ ਜਿਸ ਕਰਕੇ ਸਾਡਾ ਦੇਸ਼ ਇੱਕ ਹੈ। ਸਾਡਾ ਜੀਵਨ ਤੇ ਸਾਡੀ ਸੱਭਿਅਤਾ ਵਿੱਚ ਇੱਕ ਅਟੁੱਟ ਸਾਂਝਾ ਹੈ ਜਿਸ ਨੂੰ ਕੋਈ ਰਾਜ ਪਲਟਾ ਜਾਂ ਧਾਰਮਿਕ ਹੇਰਾ-ਫੇਰੀ ਤੋੜ ਨਹੀਂ ਸਕਦੀ। ਉਹ ਹੈ ਸਾਡੇ ਪਿੰਡਾਂ ਦੀ ਗੀਤ ਭੰਡਾਰ। ਇਸ ਕਰਕੇ ਦੇਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਇੱਕੋ ਜੀਵਨ ਰੋਹ ਰੁਮਕਦੀ ਹੈ ਜੋ ਵੱਖੋ-ਵੱਖ ਹਿਰਦਿਆਂ ਦੇ ਅੰਦਰ ਵਹਿੰਦੀ ਅਤੇ ਇੱਕੋ ਹੁਲਾਰੇ ਨਾਲ ਸਭ ਨੂੰ ਜੋੜਦੀ ਰਹਿੰਦੀ ਹੈ। ਵੱਖ-ਵੱਖ ਪ੍ਰਾਂਤਾਂ ਵਿੱਚ ਵਸਣ ਵਾਲੇ ਕਿਰਸਾਨਾਂ ਦੇ ਦੁੱਖ ਸੁੱਖ ਇੱਕ ਦੂਜੇ ਨਾਲ ਮਿਲਦੇ ਜੁਲਦੇ ਹਨ। ਮਾਰਵਾੜ ਦਾ ਕਿਰਸਾਨ ਲੋਚਦਾ ਹੈ ਆਪਣਾ ਘਰ ਤੇ ਸਹੁਰਾ ਘਰ ਇੱਕੋ ਪਿੰਡ ਵਿੱਚ ਹੋਣ, ਖੇਤ ਲੈਣ ਦੇ ਵੱਲ ਹੋਵੇ ਤੇ ਝੁੱਗੀ ਚੁਲਦੀ ਨਾ ਹੋਵੇ, ਝੁੱਗੀ ਦੇ ਲਾਗੇ ਤਲਾ ਹੋਵੇ ਜਿੱਥੇ ਬਲਦ ਪਾਣੀ ਪੀ ਸਕਣ। ਰੱਬ ਇਹਨਾਂ ਕੁਝ ਦੇ ਦੇਵੇ ਤਾਂ ਹੋਰ ਕੀ ਚਾਹੀਦਾ ਏ। ਬਿਹਾਰ ਪ੍ਰਾਂਤ ਦਾ ਕਿਰਸਾਨ ਸੁਖੀ ਗ੍ਰਹਿਸਥ ਦਾ ਨਕਸ਼ਾ ਇਉਂ ਖਿੱਚਦਾ ਹੈ। ਸਾਰੀਆਂ ਪੈਲੀਆਂ ਇੱਕੋ ਥਾਂ ਹੋਣ, ਪੈਲਿਆਂ ਦੇ ਆਲੇ ਦੁਆਲੇ ਪੱਕੀਆਂ ਵੱਟਾਂ ਬਣੀਆਂ ਹੋਣ ਤਾਂ ਜੋ ਪਾਣੀ ਦੇਣ ਵੇਲੇ ਪਾਣੀ ਬਾਹਰ ਨਾ ਨਿਕਲ ਜਾਵੇ। ਨੀਰੇ ਵਾਲਾ ਕੋਠਾ ਨੀਰੇ ਨਾਲ ਭਰਿਆ ਹੋਵੇ, ਇੱਧਰ ਉੱਧਰ ਕਿੱਕਰਾਂ ਹੋਣ, ਘਰ ਵਾਲੀ ਸਮਝਦਾਰ ਹੋਵੇ ਜੋ ਬੀਨੂੰ ਸੰਵਾਰ ਰੱਖਦੀ ਹੋਵੇ। ਬਲਦ ਬਗੌਥਾ ਨਸਲ ਦੇ ਹੋਣ, ਵਾਹਕ ਹੁਸ਼ਿਆਰ ਤੇ ਨੇਕ ਹੋਣ, ਪੁੱਤ ਆਪਣਾ ਫਰਜ਼ ਪਛਾਣਦਾ ਹੋਵੇ ਤੇ ਆਪਣੇ ਕੰਮ ਨੂੰ ਆਪੇ ਕਰਦਾ ਕਰਾਉਂਦਾ ਹੋਵੇ। ਯੂ.ਪੀ. ਦਾ ਕਿਰਸਾਨ ਆਖਦਾ ਹੈ ਪੈਲੀਆਂ ਪਿੰਡ ਦੇ ਲਾਗੇ ਹੋਣ ਤੇ ਪਾਸ ਚਾਰ ਹਲ ਹੋਣ, ਘਰ ਵਾਲੀ ਸੁਚੱਜੀ ਹੋਵੇ ਤੇ ਘਰ ਲਵੇਰੀਗਾ ਹੋਵੇ, ਖਾਣ ਨੂੰ ਅਰਹਰ ਦੀ ਦਾਲ ਤੇ ਜਜਹਨ ਦਾ ਪਾਤ ਹੋਵੇ, ਭਾਤ ਵਿੱਚ ਪਾਉਣ ਨੂੰ ਘੀ ਤੇ ਨਿਚੋੜਨ ਲਈ ਨਿੰਬੂ ਹੋਵੇ, ਭੋਜਨ ਪਰੋਸਣ ਲਈ ਬਾਂਕੇ ਨੈਣਾ ਵਾਲੀ ਸਜਣੀ ਹੋਵੇ। ਕਾਗ ਕਹਿੰਦਾ ਏ ਜੇ ਇਹ ਕੁਝ ਹੋਵੇ ਤਾਂ ਇੱਥੇ ਹੀ ਸੁਰਗ ਸਮਝੋ। ਗ੍ਰਹਿਸਥ ਦੇ ਸੁੱਖਾਂ ਤੋਂ ਵਿਗੁੱਝ ਕੇ ਉੜੀਸਾ ਪ੍ਰਾਂਤ ਦਾ ਕਿਰਸਾਨ ਕਹਿ ਉੱਠਦਾ ਹੈ ਜਿਸ ਦੀ ਪੂੰਜੀ ਥੋੜੀ ਏ ਤੇ ਘਰ ਵਾਲੀ ਬੜਬੋਲੀ ਏ, ਕੋਲ ਜੰਮਦਾ ਦੂਜਾ ਰੂਪ ਬੂਢਾ ਬਲਦ ਏ, ਉਹ ਕਿਰਸਾਨ ਘਰ ਜਾ ਕੇ ਪੀ ਕੀ ਸੁੱਖ ਪਾਊ, ਉਸ ਦੀ ਤਾਂ ਨਿਤ ਮੌਤ ਹੀ ਮੌਤ ਏ। ਅਤੇ ਮਥੁਰਾ ਦਾ ਕਿਰਸਾਨ ਆਪਣਾ ਚੋਰਾ ਸੁਣਾਉਂਦਾ ਹੈ ਕਣਕ ਨੂੰ ਰਤੂਆ ਇੱਕ ਤਰ੍ਹਾਂ ਦਾ ਕੀੜਾ ਲੱਗ ਗਿਆ ਏ, ਛੋਲਿਆਂ ਨੂੰ ਸੁੰਡੀ ਨੇ ਖਾ ਲਿਆ ਹੈ, ਹਰ ਪਾਸਿਓਂ ਮੇਰੀ ਕਿਸਮਤ ਫੁੱਟ ਗਈ ਏ, ਨੰਗ ਤੜੰਗ ਫਿਰ ਰਹੇ ਨੇ ਮੇਰੇ ਬਾਲ। ਓਏ ਸ਼ਾਹੂਕਾਰਾ ਤੈਨੂੰ ਆਪਣੀ ਹੀ ਗੱਲ ਦੀ ਪਈ ਏ, ਮੇਰੇ ਉਤੇ ਦਾਵਾ ਕਰਨਾ ਚਾਹੁੰਦਾ ਏ ਤਾਂ ਬੇਸ਼ੱਕ ਕਰ ਦੇ, ਪਰ ਮੇਰੇ ਘਰ ਮੂਰੇ ਘੋੜੇ ਵਾਂਗ ਗੇੜੇ ਨਾ ਮਾਰ। ਤਾਂ ਪੰਜਾਬ ਦੇ ਦੁਖੀ ਕਿਰਸਾਨ ਵੀ ਆਪਣਾ ਰੋਣਾ ਰੋਂਦੇ ਸੁਣਾਈ ਦਿੰਦੇ ਹਨ। ਬਾਣੀਆਂ ਨੇ ਅੱਤ ਚੁੱਕ ਲਈ, ਸਾਰੇ ਜੱਟ ਕਰਜ਼ਾਈ ਕੀਤੇ, ਖੇਤ ਉਜਾੜ ਪਿਆ, ਮੈਂ ਕਿਵੇਂ ਗਿੱਧੇ ਵਿੱਚ ਜਾਵਾਂ। ਕਣਕੇ ਨੀ ਸੁਣ ਕਣਕੇ ਇੱਕ ਵੇਰ ਫੇਰ ਦਸ ਥਾਂ ਮਹਿੰਗੀ ਬਣ ਕੇ, ਨਾ ਪਾਈ ਰੱਬਾ ਨਾ ਪਾਈ ਰੱਬਾ, ਮੁੜ ਜੱਟ ਦੀ ਜੂਨ ਨਾ ਪਾਈ ਰੱਬਾ। ਹਿੰਦੁਸਤਾਨ ਦੇ ਦਰਦ ਪੁਰਾਣੇ ਨੇ, ਗੀਤਾ ਵਿੱਚ ਖੁਦਾ ਦੀ ਆਮ ਖਲਕਤ ਦੇ ਦੁੱਖ ਮੋਹਨ ਪਏ ਬੋਲਦੇ ਨੇ। ਯੂਪੀ ਦੇ ਪਿੰਡਾਂ ਦਾ ਹੇਠਲਾ ਗੀਤ ਜੋ ਕਿਸੇ ਹਰਨੀ ਦੀ ਦਰਦ ਕਹਾਣੀ ਦੱਸਦਾ ਹੈ, ਮਨੁੱਖਾਂ ਦੇ ਹੰਝੂਆਂ ਨਾਲ ਬਣਿਆ ਹੈ। ਇੱਥੇ ਕੌਸ਼ਲਿਆ ਦਾ ਨਾਂ ਇੱਕ ਅਮੀਰ ਇਸਤਰੀ ਦੇ ਅਰਥਾਂ ਵਿੱਚ ਹੀ ਆਇਆ ਹੈ। ਹਿੰਦ ਦੀਆਂ ਅਨੇਕਾਂ ਰੂਹਾਂ ਹਰਨੀ ਦੇ ਬਹਾਨੇ ਆਪਣਾ ਰੋਣਾ ਰੋਂਦੀਆਂ ਨੇ। ਸੰਘਣੇ ਪੱਤਿਆਂ ਵਾਲਾ ਨਿੱਕਾ ਜਿਹਾ ਟੱਕਦਾ ਰੁੱਖ ਏ, ਇਸ ਦੇ ਥੱਲੇ ਹਰਨੀ ਖੜੀ ਏ, ਉਸ ਦਾ ਮਨ ਬਹੁਤ ਉਦਾਸ ਏ। ਘਾਹ ਚੁਗਦੇ ਹਰ ਨੇ ਪੁੱਛਿਆ ਪਿਆਰੀ ਹਰਨੀ, ਦੱਸ ਤਾਂ ਸਹੀ ਤੂੰ ਉਦਾਸ ਕਿਉਂ ਏ, ਕੀ ਤੇਰੀ ਘਾਹ ਦੀ ਜੂ ਸੁੱਕ ਗਈ ਏ ਜਾਂ ਕਿਤੇ ਮਨ ਪਾਣੀ ਦੀ ਓੜ ਕਰਕੇ ਕੁਮਲਾ ਗਿਆ ਏ। ਹਰਨੀ ਬੋਲੀ ਪ੍ਰੀਤਮ ਨਾ ਮੇਰੀ ਘਾਹ ਦੀ ਜੂ ਸੁੱਕੀ ਏ ਨਾ ਪਾਣੀ ਦੀ ਓੜ ਏ, ਅੱਜ ਰਾਜਪੁੱਤਰ ਦੀ ਛੁੱਟੀ ਏ ਹਾਏ, ਅੱਜ ਤੇਰੀ ਜਿੰਦ ਦੀ ਖੈਰ ਨਹੀਂ। ਰਾਣੀ ਕੌਸ਼ਲਿਆ ਪੀੜੇ ਉੱਤੇ ਬੈਠੀ ਏ, ਹਰਨੀ ਬੇਨਤੀ ਕਰ ਰਹੀ ਏ ਰਾਣੀ ਜੀ, ਮੇਰੇ ਹੰਨ ਦਾ ਮਾਸ ਆਪ ਦੀ ਰਸੋਈ ਵਿੱਚ ਪੱਕ ਰਿਹਾ ਏ, ਮੈਨੂੰ ਆਪ ਉਸ ਦੀ ਖੱਲ ਹੀ ਦਿਵਾ ਦਿਓ। ਮੈਂ ਇਸ ਖੱਲ ਨੂੰ ਬਰਿਛ ਉੱਤੇ ਟੰਗ ਦੇਵਾਂਗੀ ਤੇ ਬਰਿਛ ਦੇ ਆਲੇ ਦੁਆਲੇ ਫਿਰ ਕੇ ਇਸ ਵੱਲ ਤੱਕਦੀ ਰਹਾਂਗੀ। ਰਾਣੀ ਜੀ ਇਸ ਨੂੰ ਦੇਖ ਕੇ ਮੈਂ ਸਮਝਾਂਗੀ ਕਿ ਮੇਰਾ ਹੰਨ ਹਾਲੇ ਵੀ ਜਿਉਂਦਾ ਏ। ਕੌਸ਼ਲਿਆ ਬੋਲੀ ਜਾ ਨੀ ਹਰਨੀ, ਆਪਣੇ ਘਰ ਨੂੰ ਜਾ, ਹੰਨ ਦੀ ਖੱਲ ਤੈਨੂੰ ਨਹੀਂ ਮਿਲ ਸਕਦੀ, ਇਸ ਦੀ ਤਾਂ ਮੈਂ ਖੰਜਰੀ ਬਣਾਵਾਂਗੀ, ਮੇਰਾ ਰਾਮ ਇਸ ਨਾਲ ਖੇਡਿਆ ਕਰੇਗਾ। ਜਦ ਕਦੀ ਵੀ ਹੰਨ ਦੀ ਖੱਲ ਨਾਲ ਮੜੀ ਖੰਜਰੀ ਵੱਜਦੀ ਹੈ ਤਦ ਉਹ ਹਰਨੀ ਕੰਨ ਚੁੱਕ ਕੇ ਉਸ ਵਾਜ ਦੀ ਟੋਹ ਲੈਂਦੀ ਏ ਤੇ ਟੱਕ ਦੇ ਥੱਲੇ ਖੜੀ ਹੋ ਕੇ ਆਪਣੇ ਹੰਨ ਦੀ ਯਾਦ ਵਿੱਚ ਹੰਝੂ ਕੇਰਦੀ ਏ।
ਇਸੇ ਪੱਖ ਦਾ ਬੰਗਾਲੀ ਗੀਤ ਵੀ ਗਹੁ ਨਾਲ ਵਿਚਾਰਨਯੋਗ ਹੈ। ਹਰਨੀ ਘਾਹ ਚੁੱਕਦੀ ਏ, ਸ਼ਿਕਾਰੀ ਸ਼ਿਸਤ ਲਾ ਰਿਹਾ ਏ। ਹਾਏ, ਸ਼ਿਕਾਰੀ ਨੇ ਆਪਣਾ ਤੀਰ ਛੱਡ ਦਿੱਤਾ। ਚਰਨੀ ਬੋਲੀ, ਹਾਏ ਵੇ ਸ਼ਿਕਾਰੀ ਵੀਰਾ, ਆਪਣੇ ਤਿੱਖੇ ਤੀਰ ਨਾਲ ਮੈਨੂੰ ਮਾਰ ਮੁਕਾਇਆ ਏ। ਮੈਂ ਤਾਂ ਜੰਗਲ ਦੀ ਹਰਨੀ ਹਾਂ, ਮੈਂ ਕਿਸੇ ਦਾ ਦੇਣਾ ਕੁਝ ਨਹੀਂ। ਹਾਏ, ਇੰਨਾ ਸਵਾਦ ਏ ਮੇਰਾ ਮਾਸ ਕਿ ਇਸਨੇ ਸਾਰੀ ਦੁਨੀਆ ਨੂੰ ਮੇਰੇ ਵੈਰ ਪਾ ਦਿੱਤਾ ਏ। ਹਾਏ ਵੇ ਸ਼ਿਕਾਰੀ ਵੀਰਾ, ਆਪਣੇ ਤਿੱਖੇ ਤੀਰ ਨਾਲ ਮੈਨੂੰ ਮਾਰ ਮੁਕਾਇਆ ਏ। ਨਾ ਮੈਂ ਕਦੀ ਤੇਰੀ ਜੂਹ 'ਚ ਘਾਹ ਚਰਨ ਗਈ, ਨਾ ਮੈਂ ਕਦੀ ਤੇਰਿਆਂ ਸੋਮਿਆਂ ਦਾ ਪਾਣੀ ਪੀਤਾ। ਬਿਨਾਂ ਕਸੂਰੋਂ ਈ ਤੈਂ ਮੇਰੀ ਜਿੰਦ ਕੱਢ ਲਈ ਏ। ਹਾਏ ਵੇ ਸ਼ਿਕਾਰੀ ਵੀਰਾ, ਆਪਣੇ ਤਿੱਖੇ ਤੀਰ ਨਾਲ ਮੈਨੂੰ ਮਾਰ ਮੁਕਾਇਆ ਏ। ਕਿੱਥੇ ਹੋਵੇਗੀ ਅਜਿਹੀ ਹਰਨੀ ਜੋ ਮੇਰੇ ਬਾਲ ਨੂੰ ਦੁੱਧ ਚੁੰਗਾ ਦਿਆ ਕਰੂ। ਹਾਲੇ ਤਾਂ ਮੈਂ ਆਪਣੇ ਬਾਲ ਦਾ ਚੰਦ ਵਰਗਾ ਮੁਖੜਾ ਰੱਜ ਕੇ ਵੇਖਿਆ ਵੀ ਨਹੀਂ। ਉਸ ਨਾਲ ਮਮਤਾ ਭਰੀਆਂ ਗੱਲਾਂ ਕਰਕੇ ਵੀ ਮੈਨੂੰ ਰੱਜ ਨਹੀਂ ਆਇਆ। ਹਾਏ ਵੇ ਸ਼ਿਕਾਰੀ ਵੀਰਾ, ਆਪਣੇ ਤਿੱਖੇ ਤੀਰ ਨਾਲ ਮੈਨੂੰ ਮਾਰ ਮੁਕਾਇਆ ਏ। ਇਸ ਪੱਖ ਦੇ ਗੀਤਾਂ ਵਿੱਚ ਪੰਜਾਬ ਵੀ ਪਿੱਛੇ ਨਹੀਂ ਰਿਹਾ। ਹੇਠਲੇ ਗੀਤ ਵਿੱਚ ਅਸੀਂ ਹੀਰ ਨੂੰ ਕਿਸੇ ਹੰਨ ਦੇ ਦੁੱਖ ਵਿੱਚ ਨਡਾਲ ਹੋਈ ਵੇਖਦੇ ਹਾਂ। ਕਾਲਿਆ ਹਰਨਾ, ਬਾਗੀ ਚਰਨਾ, ਤੇਰੇ ਪੈਰੀ ਝਾਂਜਰਾਂ ਪਾਈਆਂ, ਸਿੰਘਾਂ ਤੇਰਿਆਂ ਤੇ ਕੀ ਕੁਝ ਲਿਖਿਆ, ਤਿੱਤਰ ਤੇ ਮੁਰਗਾਈਆਂ। ਅਗੇ ਤਾਂ ਟੱਪਦਾ ਸੀ ਨੌ ਕੋਠੇ, ਹੁਣ ਨਹੀਂ ਟੱਪੀਂਦੀਆਂ ਖਾਇਆਨ। ਖਾਈ ਟੱਪਦੇ ਦੇ ਕੰਡਾ ਲੱਗਿਆ, ਦੇ ਨਾਂ ਨੇ ਰਾਮ ਦੁਹਾਈਆਂ। ਮਾਸ ਤੇਰਾ ਕੁੱਤਿਆਂ ਨੇ ਖਾਦਾ, ਹੱਡੀਆਂ ਰੇਤ ਰੁਲਾਈਆਂ। ਹੱਡੀਆਂ ਤੇਰੀਆਂ ਦਾ ਮਹਿਲ ਚਿਣਾਇਆ, ਵਿੱਚ ਰਖਾਈ ਮੋਰੀ। ਤੇਰਾ ਦੁੱਖ ਸੁਣ ਕੇ ਹੀਰ ਹੋ ਗਈ ਪੋਰੀ ਪੋਰੀ। ਪੰਜਾਬੀ ਦੇ ਇੱਕ ਹੋਰ ਗੀਤ ਵਿੱਚ ਹਰਨੀਆਂ ਦੇ ਸ਼ਿਕਾਰ ਖੇਡਣ ਆਏ ਰਾਜੇ ਨੂੰ ਸੰਬੋਧਨ ਕੀਤਾ ਹੈ। ਨਾ ਮਾਰੀ ਹੀਰੇ ਹਰ ਨੂੰ, ਸਾਡੀ ਸੁੰਨੀ ਹੋ ਜਾਓ ਡਾਰ। ਮਾਰਵੇ ਰਾਜਿਆ ਹਰਨੀਆਂ, ਭਾਵੇਂ 1 2 ਭਾਵੇਂ 4। ਗੁਜਰਾਤ ਦੀ ਕੁੜੀ ਵਿਆਹੁਣ ਯੋਗ ਹੁੰਦੀ ਹੈ ਤਾਂ ਆਪਣੇ ਬਾਬੇ ਨੂੰ ਸੰਬੋਧਨ ਕਰਕੇ ਗਾਉਂਦੀ ਹੈ, ਬਾਬਾ ਜੀ ਮੇਰੇ ਲਈ ਲੰਮੇਰਾ ਵਰ ਨਾ ਟੋਲਣਾ, ਮਤੇ ਲੋਕੀ ਉਸਨੂੰ ਊਠ ਸਮਝ ਲੈਣ। ਮੇਰੇ ਲਈ ਮਦਰਾ ਵਰ ਵੀ ਨਹੀਂ ਪਾਲਣਾ, ਮਤੇ ਲੋਕੀ ਉਸਨੂੰ ਬੌਣਾ ਸਮਝ ਲੈਣ। ਮੇਰੇ ਲਈ ਮੋਟਾ ਵਰ ਵੀ ਨਾ ਲੱਭਣਾ, ਮਤੇ ਲੋਕੀ ਉਸਨੂੰ ਪੌਂਦੂ ਸਮਝ ਲੈਣ। ਇਸੇ ਗੀਤ ਦੇ ਮਾਰਵਾੜੀ ਰੂਪ ਵੇਖੋ। ਕੱਚੇ ਅੰਗੂਰਾਂ ਦੀ ਵੇਲ ਵਿਆਹੁਣ ਜੋਗੀ ਕੁੜੀ ਏ, ਉਹ ਪਾਨ ਖਾ ਰਹੀ ਏ, ਫੁੱਲ ਸੁੰਘ ਰਹੀ ਏ ਤੇ ਆਪਣੇ ਬਾਬਾ ਜੀ ਮੂਹਰੇ ਹੁਣ ਬੇਨਤੀ ਕਰਦੀ ਏ, ਬਾਬਾ ਜੀ ਮੇਰਾ ਵਿਆਹ ਭਾਵੇਂ ਆਪਣੇ ਪਿੰਡ ਦੇ ਲਾਗੇ ਕਰਨ ਦੀ ਥਾਂ ਪਰਦੇਸ਼ ਵਿੱਚ ਕਰ ਦੇਣਾ, ਪਰ ਮੇਰੇ ਹਾਣ ਦਾ ਵਰ ਲੱਭਣਾ। ਹੇ ਮੇਰੀ ਪੋਤੀ, ਤੂੰ ਹੱਸ ਤੇ ਖੇਡ, ਤੇਰੇ ਲਈ ਜਿਹੜਾ ਵਰ ਟੋਲਿਆ ਹੈ ਉਹ ਤਾਂ ਨਿਰਾ ਗੁਲਾਬ ਦਾ ਫੁੱਲ ਏ। ਬਾਬਾ ਜੀ ਕਾਲਾ ਵਰ ਨਾ ਪਾਲਣਾ, ਉਹ ਸਾਰੇ ਟੱਬਰ ਨੂੰ ਸ਼ਰਮ ਦਵਾਏਗਾ। ਗੋਰਾ ਵਰ ਵੀ ਨਾ ਪਾਲਣਾ, ਜ਼ਰਾ ਕੁ ਖੇਚਲ ਦਾ ਕੰਮ ਕਰਨ ਲੱਗਿਆ ਉਹ ਮੁੜਹਕੋ ਮੁੜਹਕੀ ਹੋ ਜਾਇਆ ਕਰੂ। ਲੰਮਾ ਵਰ ਨਾ ਟੋਲਣਾ, ਉਹ ਨਿਰਾ ਸਾਗਰ ਦੀਆਂ ਫਲੀਆਂ ਤੋੜਨ ਲਈ ਪੌੜੀ ਦਾ ਕੰਮ ਹੀ ਦੇਵੇਗਾ। ਮਦਰਾ ਵਰ ਨਾ ਪਾਲਣਾ, ਉਹ ਬੌਣਾ ਅਖਵਾਏਗਾ। ਪੰਜਾਬੀ ਵਿੱਚ ਵੀ ਅਜਿਹੇ ਗੀਤਾਂ ਦੀ ਥੁੜ ਨਹੀਂ। ਬਾਬਲ ਇੱਕ ਮੇਰਾ ਕਹਿਣਾ ਮੰਨ ਲੀਜੀਏ, ਮੈਨੂੰ ਰਾਮ ਰਤਨ ਵਰ ਦੀਜੀਏ। ਜਾਈਏ ਲੈ ਆਂਦਾ ਵਰ ਮੈਂ ਟੋਲ ਕੇ, ਜਿਉਨ ਰੰਗ ਕਸੁੰਬਾ ਕੋਲ ਕੇ। ਬਾਬਲ ਇੱਕ ਮੈਨੂੰ ਪਛਤਾਵਾ ਬੜਾਈ, ਮੈਂ ਆਪ ਗੋਰੀ ਵਰ ਸੌਲਾਈ। ਜਾਈਏ ਰਾਮ ਰਤਨ ਸਿਰ ਸੇਹਰਾ, ਜਿਉਨ ਬਾਗਾ 'ਚ ਖਿੜ ਰਿਹਾ ਕੇਵੜਾ। ਇਸ ਪੱਖ ਦਾ ਇੱਕ ਹੋਰ ਪੰਜਾਬੀ ਗੀਤ ਵੀ ਵਿਚਾਰਨਯੋਗ ਹੈ। ਬੀਬੀ ਚੰਨਨ ਦੇ ਓਹਲੇ ਓਹਲੇ ਕਿਉਂ ਖੜੀ, ਮੈਂ ਤਾਂ ਖੜੀ ਸਾਂ ਬਾਬਲ ਜੀ ਦੇ ਬਾਰ, ਬਾਬਲ ਵਰ ਲੋੜੀਏ। ਨੀ ਜਾਈਏ ਕਿਹੋ ਜਿਹਾ ਵਰ ਲੋੜੀਏ, ਬਾਬਲ ਜਿਉਨ ਤਾਰਿਆਂ ਚੋਂ ਚੰਨ, ਚੰਨਾ ਚੋਂ ਕਾਨ ਕਨਈਆ ਵਰ ਲੋੜੀਏ। ਜੇ ਆਸਾਮ ਵਿੱਚ ਕੋਈ ਸਹੁਰੇ ਤੁਰਦੀ ਕੁੜੀ ਗਾਉਂਦੀ ਹੈ, ਪੰਛੀ ਜਿਨ੍ਹਾਂ ਬ੍ਰਿਛਾਂ ਉੱਤੇ ਵਸਦੇ ਨੇ, ਉਹਨਾਂ ਦਾ ਸ਼ਿੰਗਾਰ ਕਰਨ ਲਈ ਹੀ ਉਹ ਆਪਣੇ ਬਾਲ ਬੱਚਿਆਂ ਨੂੰ ਪਾਲਦੇ ਨੇ। ਹਾਏ ਮੇਰੀ ਮਾਂ ਨੇ ਮੈਨੂੰ ਉਪਾਰਿਆਂ ਦਾ ਘਰ ਸ਼ਿੰਗਾਰਨ ਲਈ ਵੱਡਾ ਕੀਤਾ ਏ। ਤਾਂ ਇਹੋ ਖਿਆਲ ਬਿਹਾਰ ਪ੍ਰਾਂਤ ਦੀ ਕੁੜੀ ਇਉਂ ਬਿਆਨ ਕਰਦੀ ਹੈ, ਇਹ ਨਿੰਮ ਦਾ ਰੁੱਖ ਹੈ ਬਾਬਾ, ਵੇਖੀ ਕਿਤੇ ਇਸ ਨੂੰ ਵੱਢ ਨਾ ਦੇਵੀ, ਇਸ ਉੱਤੇ ਚਿੜੀਆਂ ਦੇ ਆਲਣੇ ਨੀ, ਧੀਆਂ ਨੂੰ ਵੀ ਕੋਈ ਕਸ਼ਟ ਨਾ ਦੇਵੀ। ਬਾਬਾ ਧੀਆਂ ਤੇ ਚਿੜੀਆਂ ਦੀ ਇੱਕੋ ਜੂਨ ਹੁੰਦੀ ਏ, ਸਾਰੀਆਂ ਚਿੜੀਆਂ ਉੱਡ ਜਾਣਗੀਆਂ, ਕੱਲੀ ਰਹਿ ਜਾਊ ਨਿੰਮ, ਸਾਰੀਆਂ ਧੀਆਂ ਸੌਰੀ ਤੁਰ ਜਾਣਗੀਆਂ, ਕੱਲੀ ਰਹਿ ਜਾਊ ਮਾਂ। ਇੱਥੇ ਮਾਂ ਦੀ ਤੁਲਨਾ ਨਿੰਮ ਨਾਲ ਕੀਤੀ ਗਈ ਹੈ। ਮਾਵਾਂ ਦੀਆਂ ਠੰਡੀਆਂ ਛਾਵਾਂ ਮਸ਼ਹੂਰ ਹਨ। ਗੁਜਰਾਤੀ ਕੁੜੀ ਵੀ ਇਹੀ ਪ੍ਰਗਟ ਕਰਦੀ ਹੈ, ਮੈਂ ਤਾਂ ਹਰੇ ਭਰੇ ਜੰਗਲ ਦੀ ਚਿੜੀ ਹਾਂ, ਪ੍ਰਦੇਸ਼ ਵੱਲ ਉੱਡ ਜਾਵਾਂਗੀ। ਅੱਜ ਮੈਂ ਆਪਣੇ ਬਾਬੇ ਦੇ ਦੇਸ਼ ਵਿੱਚ ਹਾਂ, ਕੱਲ ਨੂੰ ਉੱਡ ਜਾਵਾਂਗੀ। ਪੰਜਾਬੀ ਕੁੜੀਆਂ ਵੀ ਆਪਣੀ ਤੁਲਨਾ ਚਿੜੀਆਂ ਨਾਲ ਕਰਦੀਆਂ ਹਨ। ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ, ਅਸਾਂ ਉੱਡ ਜਾਣਾ, ਸਾਡੀ ਲੰਮੀ ਉਡਾਰੀ ਵੇ ਬਾਬਲ, ਕਿਹੜੇ ਦੇਸ਼ ਜਾਣਾ। ਪਰ ਬਹੁਤੀਆਂ ਕੁੜੀਆਂ ਦੇ ਜੀਅ ਵਿੱਚ ਇਹੋ ਖਿਆਲ ਆਉਂਦਾ ਹੈ ਕਿ ਸਹੁਰਾ ਘਰ ਪੇਕਿਆਂ ਦੇ ਲਾਗੇ ਹੀ ਹੋਵੇ। ਬਿਹਾਰ ਪ੍ਰਾਂਤ ਦੀ ਕੁੜੀ ਗਾਉਂਦੀ ਹੈ, ਵੇ ਕੇਰੂ ਰਵਾ ਇੱਕ ਫਲ ਬਹੁਤੀ ਵਿੱਥ ਤੇ ਨੰਨਾ ਫਲੀ, ਕੌਣ ਤੈਨੂੰ ਤੋੜਨ ਜਾਊ, ਧੀਆਂ ਦਾ ਵਿਆਹ ਬਹੁਤ ਦੂਰ ਨਾ ਕਰਿਓ, ਕੌਣ ਉਹਨੂੰ ਲੈਣ ਜਾਊ। ਇਹ ਭਾਵ ਇੱਕ ਪੰਜਾਬੀ ਦੇ ਗੀਤ ਵਿੱਚ ਵੀ ਆਇਆ ਹੈ।
ਉੱਚੀ ਮਾੜੀ ਤੇ ਇੱਟ ਨਾ ਧਰੀਏ, ਧੀ ਨਾ ਦੇਈਏ ਦੂਰ, ਨੀ ਮਾਏ, ਵੇਖ ਚੋਮਾਸਾ ਬਰਸ ਰਿਹਾ, ਇੱਟ ਡਿੱਗੂਗੀ, ਸੱਟ ਲੱਗੂਗੀ, ਧੀ ਮਰੂਗੀ ਦੂਰ, ਨੀ ਮਾਏ, ਵੇਖ ਚੋਮਾਸਾ ਬਰਸ ਰਿਹਾ। ਕਈ ਵਿਆਹ ਅਜੋੜ ਵੀ ਹੋ ਜਾਂਦੇ ਹਨ। ਬੁੱਢੇ ਵਰ ਵਾਲੀ ਭੀਲ ਕੁੜੀ ਆਪਣਾ ਦਰਦ ਸੁਨੇਹਾ ਦਿੰਦੀ ਹੈ। ਹਾਏ, ਮੇਰੀ ਮਾਂ ਨੇ ਮੈਨੂੰ ਬੁੱਢੇ ਨਾਲ ਵਿਆਹ ਦਿੱਤਾ। ਬੁੱਢਾ ਸਫ਼ ਉੱਤੇ ਬੈਠਣ ਦਾ ਬੜਾ ਸ਼ੌਕੀ ਏ। ਲੈ ਵੇ ਬੁੱਢਿਆ, ਗਲੀ ਸੜੀ ਸਫ਼ ਆਪਣੇ ਮੱਥੇ ਮਾਰ। ਬੁੱਢਾ ਨਸ਼ੇ ਪਾਣੀ ਦਾ ਬੜਾ ਸ਼ੌਕੀ ਏ। ਲੈ ਵੇ ਬੁੱਢਿਆ, ਮਤੇ ਤੇਰੇ ਹਾਣੀ ਤੈਨੂੰ ਡਰਾਕਲ ਸਮਝ ਲੈਣ। ਅੱਜ ਵੇਲਾ ਹੈ, ਰੱਜ ਕੇ ਸੌ ਲੈ। ਕੱਲ ਨੂੰ ਤੂੰ ਰਣ ਵਿੱਚ ਜਾਵੀਂ, ਤੇ ਜਿੱਤ ਕੇ ਘਰ ਵੱਲ ਮੋੜਾ ਪਾਵੀਂ। ਲੋਕਾਂ ਦੇ ਦਿਲਾਂ ਦੀ ਰਮਜ਼ ਇੱਕ ਹੈ ਜੋ ਉਨ੍ਹਾਂ ਦੇ ਗੀਤਾਂ ਦੀ ਲੰਮੀ ਛੋਟੀ ਹੇਕ ਵਿੱਚ ਜਾਂ ਸਿੱਧੇ ਸਾਦੇ ਲਫ਼ਜ਼ਾਂ ਵਿੱਚ ਰਹਿੰਦੀ ਹੈ। ਜਿਵੇਂ ਸਰੀਰ ਵਿੱਚ ਇੱਕੋ ਨਬਜ਼ ਚੱਲਦੀ ਹੈ, ਤਿਵੇਂ ਸਾਰਿਆਂ ਦੇ ਜੀਵਨ ਦੀ ਖੁਸ਼ੀ ਜਾਂ ਗਮੀ ਵਿੱਚ, ਮਰਨੇ ਜਾਂ ਪਰਨੇ ਦੇ ਢੰਗਾਂ ਵਿੱਚ, ਟੁੱਟੀਆਂ ਭੱਜੀਆਂ ਚੁਰੀਆਂ ਲਈ ਦੂਰ ਬੈਠੇ ਸਿੱਕਣ ਵਿੱਚ ਜਾਂ ਜੂਹਾਂ ਬੇਲਿਆਂ ਵਿੱਚ, ਚਰਦੇ ਡੰਗਰਾਂ ਦੇ ਪਿਆਰ ਵਿੱਚ, ਕੁੜਮਾਨ ਦੀ ਫੁੱਲਾਂ ਜਿਹੀ ਆਬ ਵਾਲੀ ਪ੍ਰਾਹੁਣਚਾਰੀ ਵਿੱਚ, ਜਾਂ ਪੇਕਿਓਂ ਵਿਛੜੀ ਧੀ ਦੇ ਮਾਂ ਜਾਂ ਵੀਰ ਦੇ ਮਿਲਾਪ ਲਈ ਹਾੜਿਆਂ ਵਿੱਚ ਇੱਕੋ ਦਿਲ ਦੀ ਧੜਕਣ ਵੱਜਦੀ ਹੈ। ਇਹੋ ਸੋਗ ਜਾਂ ਹਰਖ ਦੇ ਢੰਗ, ਇਹੋ ਉਮੰਗਾਂ ਤੇ ਤਾਂਘਾਂ, ਇਹੋ ਡੂੰਘੇ ਦਿਲਾਂ ਦੇ ਤਰੰਗ ਅਤੇ ਵਲਵਲੇ ਸਾਡਾ ਅਸਲੀ ਸੱਭਿਆਚਾਰ ਹਨ। ਇਹੋ ਸਾਨੂੰ ਓਪਰਿਆਂ ਤੋਂ ਨਖੇੜ ਕੇ ਆਪਣਿਆਂ ਨਾਲ ਜੋੜਦੇ ਹਨ। ਇਹੋ ਸਾਡੀ ਭਾਰਤ ਮਾਤਾ ਦੀ ਨੁਹਾਰ ਹੈ ਜਿਸ ਤੋਂ ਇਹ ਪਛਾਣੀ ਜਾਂਦੀ ਹੈ। ਪਰ ਕਈਆਂ ਕਾਰਨਾਂ ਕਰਕੇ ਭਾਰਤ ਮਾਤਾ ਦੀ ਨੁਹਾਰ ਇਸ ਦੀ ਆਪਣੀ ਸੰਤਾਨ ਨਹੀਂ ਪਛਾਣ ਸਕਦੀ। ਕਿਸੇ ਮਾਂ ਕੋਲੋਂ ਉਸ ਦਾ ਦੁੱਧ ਚੁੰਘਦਾ ਬਾਲ ਛਾਤੀਓਂ ਲਾਹ ਕੇ ਕਿਸੇ ਬਿਗਾਨੀ ਤੀਵੀ ਨੂੰ ਦੇ ਦੇਏ ਜੋ ਉਸ ਨੂੰ ਆਪਣਾ ਓਪਰਾ ਦੁੱਧ ਪਿਆ ਕੇ ਪਾਲੇ ਅਤੇ ਬਿਗਾਨੇ ਘਰ ਦੇ ਖਾਣੇ ਖੁਆ ਕੇ ਵੱਡਾ ਕਰੇ, ਤਾਂ ਉਹ ਬਿਗਾਨੀ ਤੀਵੀ ਦਾ ਹੀ ਹੋ ਜਾਏਗਾ। ਉਸੇ ਨੂੰ ਆਪਣੀ ਮਾਂ ਸਮਝੇਗਾ ਅਤੇ ਜਦ 20-25 ਵਰ੍ਹੇ ਦੀ ਉਮਰ ਵਿੱਚ ਉਸ ਪੁੱਤਰ ਨੂੰ ਆਪਣੀ ਮਾਂ ਦਿਖਾਓ ਤਾਂ ਉਸ ਨੂੰ ਸਿਆਣੇਗਾ ਵੀ ਨਹੀਂ, ਸਗੋਂ ਓਪਰੀ ਜਾਣ ਕੇ ਉਸ ਤੋਂ ਘ੍ਰਿਣਾ ਕਰੇਗਾ। ਇਹੋ ਹਾਲ ਸਾਡੇ ਹਰ ਇੱਕ ਨੌਜਵਾਨ ਗੱਭਰੂ ਦਾ ਹੈ, ਜਿਸ ਨੂੰ ਬਚਪਨ ਤੋਂ ਓਪਰੀ ਬੋਲੀ ਵਿੱਚ ਪੜ੍ਹਾਈ ਕਰਾ ਕੇ ਅਤੇ ਓਪਰੀ ਸੱਭਿਅਤਾ ਦੀਆਂ ਚਟਕੀਲੀਆਂ ਕਹਾਣੀਆਂ ਦੱਸ ਕੇ ਆਪਣੀ ਮਾਦਰੀ ਬੋਲੀ ਅਤੇ ਘਰੋਗੀ ਰਹਿਣੀ ਬਹਿਣੀ ਤੋਂ ਘਿਰਣਾ ਪੈਦਾ ਕੀਤੀ ਜਾਂਦੀ ਹੈ। ਸਿੱਟਾ ਇਹ ਨਿਕਲਦਾ ਹੈ ਕਿ ਸਾਡਾ ਨੌਜਵਾਨ ਆਪਣੀ ਉਮਰ ਦਾ ਚੰਗਾ ਤੇ ਤਾਜ਼ੇ ਤੋਂ ਤਾਜ਼ਾ ਸਮਾਂ ਓਪਰੇ ਖਿਆਲਾਂ ਤੇ ਵਲਵਲਿਆਂ ਵਿੱਚ ਲਾਉਣ ਕਰਕੇ ਆਪਣੇ ਦੇਸ਼ ਦੇ ਉੱਚੇ ਤੋਂ ਉੱਚੇ ਤੇ ਸੁੱਚੇ ਤੋਂ ਸੁੱਚੇ ਵਲਵਲਿਆਂ ਵੱਲੋਂ ਮੂੰਹ ਮੋੜ ਲੈਂਦਾ ਹੈ। ਫਿਰ ਜਦ ਵੱਡੀ ਉਮਰ ਵਿੱਚ ਕਿਸੇ ਦੇ ਕਹੇ ਕਹਾਏ ਮੁੜ ਆਪਣੇ ਦੇਸ਼ ਦੀਆਂ ਚੀਜ਼ਾਂ ਨੂੰ ਪਿਆਰ ਕਰਨ ਲੱਗਦਾ ਹੈ, ਤਾਂ ਉਹ ਓਪਰੀਆਂ ਜਿਹੀਆਂ ਪਾਸ਼ਦੀਆਂ ਹਨ ਅਤੇ ਬਾਵਜੂਦ ਬਾਹਰਲੀ ਪ੍ਰੇਰਨਾ ਦੇ ਉਸ ਦਾ ਅੰਦਰਲਾ ਨਹੀਂ ਮੰਨਦਾ। ਅੰਗਰੇਜ਼ੀ, ਉਰਦੂ ਦੀਆਂ ਪੁਸਤਕਾਂ ਵਿੱਚ ਪੰਜਾਬ ਦੀ ਧਰਤੀ, ਇਹਦੇ ਦਰਿਆਵਾਂ ਪਹਾੜਾਂ, ਇਹਦੇ ਫੁੱਲਾਂ ਬੂਟਿਆਂ, ਇੱਥੇ ਦੀ ਰਹਿਣੀ ਬਹਿਣੀ ਜਾਂ ਨਵੀਆਂ ਪੁਰਾਣੀਆਂ ਪ੍ਰੀਤਾਂ ਦੀਆਂ ਕਹਾਣੀਆਂ ਦਾ ਕੋਈ ਜ਼ਿਕਰ ਨਹੀਂ ਹੁੰਦਾ। ਨਾਵਲਾਂ ਵਿੱਚ ਇੰਗਲਿਸਤਾਨ ਦੀਆਂ ਝਾਕੀਆਂ, ਕਵਿਤਾ ਵਿੱਚ ਉੱਥੇ ਦੀ ਫੁੱਲਾਂ ਬੂਟਿਆਂ, ਜਿਨ੍ਹਾਂ ਦੇ ਅਰਥ ਵਿਦਿਆਰਥੀ ਨੂੰ ਡਿਕਸ਼ਨਰੀ ਵਿੱਚੋਂ ਵੇਖਣੇ ਪੈਂਦੇ ਹਨ ਅਤੇ ਨਦੀ ਨਾਲਿਆਂ ਦਾ ਵੇਰਵਾ ਦਿੱਤਾ ਹੁੰਦਾ ਹੈ। ਇਹਨਾਂ ਦਾ ਹੀ ਪਿਆਰ ਵਿਦਿਆਰਥੀ ਦੇ ਉਸਰਦੇ ਵਲਵਲਿਆਂ ਵਿੱਚ ਘਰ ਕਰ ਜਾਂਦਾ ਹੈ। ਉਹ ਵੱਡਾ ਹੋ ਕੇ ਭਾਵੇਂ ਇਕਬਾਲ ਜਿਹਾ ਕਵੀ ਵੀ ਬਣ ਜਾਏ, ਤਾਂ ਵੀ ਉਸ ਦੇ ਦਿਲ ਵਿੱਚ ਸਤਲੁਜ, ਬਿਆਸ ਜਾਂ ਚਨਾ ਨੂੰ ਵੇਖ ਕੇ ਕੋਈ ਪਿਆਰ ਦਾ ਤਰਾਨਾ ਨਹੀਂ ਉੱਠਦਾ। ਪੁਰਾਣੇ ਪਿਆਰਾਂ ਦੇ ਗੀਤਾਂ ਕਹਾਣੀਆਂ ਦੀ ਕਦਰ ਲਈ ਕਦੀ ਉਸ ਦੀ ਕਲਮ ਨਹੀਂ ਉੱਠਦੀ, ਸਗੋਂ ਉਨ੍ਹਾਂ ਨੂੰ ਆਦਰ ਨਾਲ ਸੁਣਨ ਲਈ ਵੀ ਰੁਚੀ ਨਹੀਂ ਰਹਿੰਦੀ। ਪੰਜਾਬ ਦੀ ਧਰਤੀ ਵੱਲ ਤਾਂ ਕੋਈ ਪੜ੍ਹਿਆ ਹੋਇਆ ਦੇਖਦਾ ਹੀ ਨਹੀਂ। ਕਵਿਤਾ ਜਾਂ ਨਾਵਲ ਵਿੱਚ ਪੰਜਾਬ ਦਾ ਕੋਈ ਸਥਾਨਕ ਰੰਗ ਨਹੀਂ ਬੱਧਾ ਹੁੰਦਾ। ਉਹ ਗੱਲਾਂ ਜੋ ਸਾਡੇ ਉਰਦੂ, ਹਿੰਦੀ ਜਾਂ ਅੰਗਰੇਜ਼ੀ ਦੇ ਕਵੀ ਜਾਂ ਨਾਵਲਿਸਟ ਆਪਣੀਆਂ ਰਚਨਾਵਾਂ ਵਿੱਚ ਲਿਖਦੇ ਹਨ, ਈਰਾਨ, ਮਿਸਰ ਜਾਂ ਇੰਗਲਿਸਤਾਨ ਦੀ ਧਰਤੀ ਉੱਤੇ ਲਿਖੀਆਂ ਜਾ ਸਕਦੀਆਂ ਹਨ। ਪੰਜਾਬ ਦੇ ਸਾਹਿਤ ਵਿੱਚ ਪੰਜਾਬੀ ਲਈ ਥਾਂ ਹੀ ਕੋਈ ਨਹੀਂ। ਕਾਰਨ ਇਹੋ ਹੈ ਕਿ ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤ ਨੂੰ ਛੱਡਿਆ ਹੋਣ ਕਰਕੇ ਸਾਡੇ ਲਿਖਾਰੀਆਂ ਦੇ ਕੁਦਰਤੀ ਵਲਵਲੇ ਗੈਰ ਕੁਦਰਤੀ ਚੀਜ਼ਾਂ ਨਾਲ ਜਾ ਲੱਗੇ ਹਨ ਅਤੇ ਪੰਜਾਬ ਦੀ ਧਰਤੀ ਜਾਂ ਪੰਜਾਬ ਦੀਆਂ ਰਵਾਇਤਾਂ ਵਿੱਚ ਜੜ ਨਹੀਂ ਪਕੜੀ। ਨਹੀਂ ਤਾਂ ਸਾਡੀ ਧਰਤੀ ਰਾਜਾ ਰਸਾਲੂ, ਰੋਡਾ ਜਲਾਲੀ, ਗੋਰਖਨਾਥ ਜਿਹੇ ਪੀਰਾਂ ਫਕੀਰਾਂ, ਰਾਜ ਜੋਗੀ, ਗੁਰੂਆਂ ਜੋਧਿਆਂ, ਪ੍ਰੇਮੀਆਂ, ਨੇਮੀਆਨ, ਸਿੱਧਾ ਸਾਦਿਕਾਨ ਦੇ ਕਾਰਨਾਮਿਆਂ ਨਾਲ ਭਰੀ ਪਈ ਹੈ। ਇੱਥੇ ਜਾਨ ਆਈ, ਰੂਹ ਆਇਆ, ਗੀਤ ਅਸਮਾਨੀ ਆਇਆ, ਦਿਲ ਆਇਆ ਬਖਸ਼ਦਾ। ਇੱਥੇ ਚਾਹ ਦੇ ਅਸਮਾਨ ਟੁੱਟੇ, ਇੱਥੇ ਹੁਸਨ ਖੁਦਾਈ ਦਾ ਅਵਤਾਰ ਆਇਆ। ਇੱਥੇ ਦਿਲ ਚੁਭੀਆਂ ਮੂਰਤਾਂ, ਨਿਗਾਹਾਂ ਦੇ ਤੀਰਾਂ ਦੇ ਮੀਂਹ, ਇੱਥੇ ਦਾਤੇ ਬਲਕਾਰ ਆਏ, ਇੱਥੇ ਸਾਈਂ ਦੇ ਪਿਆਰੇ ਆਏ। ਇਸ ਧਰਤੀ ਵਿੱਚ ਕਲਗੀ ਵਾਲੇ ਦੇ ਘੋੜੇ ਦੇ ਸੁੰਮਾਂ ਦੀ ਟਾਪ ਲੱਗੀ। ਕੋਈ ਛੰਮ ਨਹੀਂ, ਕੋਈ ਪਹਾੜ ਦੀ ਟੱਕੀ ਨਹੀਂ, ਜਿਸ ਦੇ ਨਾਲ ਕਿਸੇ ਨਾ ਕਿਸੇ ਪੁਰਾਣੇ ਆਸ਼ਕ ਜਾਂ ਯੋਧੇ ਦੀ ਕਹਾਣੀ ਦਾ ਸੰਬੰਧ ਨਾ ਹੋਵੇ। ਇੱਥੇ ਮੈਨੂੰ ਆਪਣੇ ਪਿੰਡ ਅਡਿਆਲੇ ਦੇ ਕੋਲ ਤਪਿਆਨ ਦੀ ਟੱਕੀ ਨਾਲ ਲੱਗਦੀ ਇੱਕ ਕਹਾਣੀ ਯਾਦ ਆਉਂਦੀ ਹੈ। ਇੱਕ ਨੌਜਵਾਨ ਅਯਾਲੀ ਸਾਰਾ ਦਿਨ ਇਸ ਥਾਂ ਤੇ ਗਾਨੀਆਂ ਬੱਕਰੀਆਂ ਚਾਰਦਾ ਹੁੰਦਾ ਸੀ। ਆਪਣੇ ਹੀ ਰਾਗ ਉੱਤੇ ਮਸਤ ਹੋ ਕੇ ਕਈ ਵੇਰ, ਖਾਸ ਕਰਕੇ ਜਦ ਚੰਨ ਦੀ ਚਾਨਣੀ ਹੁੰਦੀ, ਉਹ ਰਾਤ ਵੀ ਪਿੰਡੋਂ ਬਾਹਰ ਹੀ ਕੱਟਦਾ। ਇੱਕ ਦਿਨ ਡਾਕੂ ਉਸ ਕੋਲੋਂ ਗਾਈਆਂ ਖੋਹਣ ਆ ਪਏ। ਉਸਨੇ ਆਪਣੇ ਪੇਂਡੂਆਂ ਨੂੰ ਆਖਿਆ ਹੋਇਆ ਸੀ ਕਿ ਖਤਰੇ ਵੇਲੇ ਮੈਂ ਇੱਕ ਅਜਬ ਸੁਰ ਵਿੱਚ ਬੰਸਰੀ ਵਜਾਇਆ ਕਰਾਂਗਾ।
उस रात उसने बथेरी बंसरी वजाई पर कोई ना बहुड़िया। हाँ, उसदा कुत्ता डाकुआ नाल लड़ी गया। डाकुआ ने पहला कुत्ते नूं मारिया, फिर उस मुंडे नूं शहीद कीता ते वग ढक के लै गए। लोकां ने मुंडे ते उसदे कुत्ते दोहां नूं शहीद जाण के उस थां ते 2 चूरे तारा चिन्ह बनाए जो हुण तक कायम हन। राह ਜਾਂਦੇ ਪਾਂਦੀ कि हिंदू ते कि मुसलमान उन्हां चूरियां उत्ते सन्मान वजों कुछ पत्थर टिका के लंघदे हन। मुसलमान लोग भावें जानवरां विच रूह नहीं मनदे, पर उस थां तो लंघदियां दोहां दे चूरियां अगे बुक अड़ के दुआ करदे हन। साडे देश दा ਚੱਪਾ ਚੱਪਾ ਇਹੋ ਜਿਹੀਆਂ ਰਵਾਇਤਾਂ ਨਾਲ ਪਰੋਤਾ ਪਿਆ ਹੈ, ਪਰ ਸਾਡੇ ਰਸੀਏ ਕਵੀ ਤੇ ਲਿਖਾਰੀ ਕਿਸੇ ਹੋਰ ਪਾਸੇ ਹੀ ਛਿੜ ਗਏ ਹਨ ਅਤੇ ਉਨ੍ਹਾਂ ਨੂੰ ਆਪਣੇ ਦੇਸ਼ ਦੀ ਕਿਸੇ ਪੁਰਾਣੀ ਰਵਾਇਤ ਜਾਂ ਨਵੀਂ ਘਟਨਾ, ਕਿਸੇ ਇਤਿਹਾਸਿਕ ਥੇਹ ਜਾਂ ਸੋਹਣੇ ਨਜ਼ਾਰੇ ਨੂੰ ਵੇਖ ਕੇ ਕਵਿਤਾ ਜਾਂ ਕਹਾਣੀ ਲਿਖਣ ਲਈ ਚਾਹ ਨਹੀਂ ਪੈਦਾ ਹੁੰਦਾ। ਪਤਾ ਨਹੀਂ ਇਹ ਹਾਲਤ ਕਦ ਤੱਕ ਰਹੇਗੀ। ਇਤਿਹਾਸਕਾਰ ਵੀ ਇੱਥੇ ਦੀ ਧਰਤੀ ਜਾਂ ਇੱਥੇ ਦੇ ਵਸਨੀਕਾਂ ਵੱਲ ਨਹੀਂ ਵੇਖਦੇ, ਉਨ੍ਹਾਂ ਦੀ ਰੁਚੀ ਵੀ ਸਥਾਨਕ ਨਹੀਂ ਪੋਲੀਟੀਕਲ ਹੈ। ਜੋ ਕੁਝ ਵਿਦੇਸ਼ੀ ਲਿਖਾਰੀਆਂ ਨੇ ਸਾਨੂੰ ਉਪਰਲੀਆਂ ਨਜ਼ਰਾਂ ਨਾਲ ਦੇਖ ਕੇ ਲਿਖ ਮਾਰਿਆ, ਉਹ ਸਾਡੇ ਖੋਜੀ ਬਾਸੀ ਕੜ੍ਹੀ ਦੇ ਉਬਾਲ ਵਾਂਗੂ ਦੁਹਰਾਈ ਜਾਂਦੇ ਹਨ। ਹਿੰਦੂ ਲਿਖਾਰੀ ਹੋਵੇ ਤਾਂ ਸਾਡੇ ਲੰਮੇ ਸਮੇਂ ਦੇ ਹਿੰਦੂ ਇਤਿਹਾਸ ਦੀਆਂ ਖੂਬੀਆਂ ਦੱਸ ਕੇ ਮੁਸਲਮਾਨੀ ਸਮੇਂ ਦੀਆਂ ਹਵਾੜਾਂ ਹੀ ਦੇਵੇਗਾ ਅਤੇ ਕਿਸੇ ਖੁਸ਼ਬੂ ਨੂੰ ਸਾਡੇ ਨੇੜੇ ਨਹੀਂ ਆਉਣ ਦੇਵੇਗਾ। ਜੇ ਲਿਖਾਰੀ ਮੁਸਲਮਾਨ ਹੋਵੇ ਤਾਂ ਹਿੰਦੂ ਸਮੇਂ ਉੱਤੇ ਛੇਤੀ ਲੰਘ ਕੇ ਮੁਸਲਮਾਨੀ ਸਮੇਂ ਨੂੰ ਆਪਣੇ ਸ਼ੌਂਕ ਦੀ ਰੰਗਣ ਚਾੜ੍ਹ ਕੇ ਲਿਸ਼ਕਾ ਕੇ ਦੱਸੇਗਾ। ਜੇ ਵਿੰਸੈਂਟ ਸਮਿਥ ਜਿਹਾ ਅੰਗਰੇਜ਼ ਹੋਵੇਗਾ ਤਾਂ ਦੋਹਾਂ ਸਮਿਆਂ ਉੱਤੇ ਕੱਟਾ ਪਾ ਕੇ ਅੰਗਰੇਜ਼ੀ ਸਮੇਂ ਦੇ ਹੀ ਗੁਣ ਗਾਏਗਾ। ਅੱਜ ਤੱਕ ਉਹ ਸਮਾਂ ਨਹੀਂ ਆਇਆ ਕਿ ਸਾਡੇ ਲਿਖਾਰੀ ਹਿੰਦ ਦੇ ਸਾਰੇ ਇਤਿਹਾਸ ਨੂੰ ਇੱਕ ਕਰਕੇ ਲਿਖਣ ਅਤੇ ਜਿੱਥੇ ਰਾਣਾ ਪ੍ਰਤਾਪ ਜਾਂ ਸ਼ਿਵਾਜੀ ਨੂੰ ਆਪਣਾ ਕਰਕੇ ਦੱਸਦੇ ਹਨ, ਉੱਥੇ ਸ਼ਾਹਜਹਾਨ ਅਤੇ ਔਰੰਗਜ਼ੇਬ ਨੂੰ ਵੀ ਆਪਣਾ ਕਰਕੇ ਦੱਸਣ। ਚੰਗੇ ਹੋਏ ਜਾਂ ਮੰਦੇ, ਹਿੰਦੂ ਹੋਏ ਜਾਂ ਮੁਸਲਮਾਨ, ਹੈਸਨ ਤਾਂ ਸਾਡੇ ਹੀ ਲੋਕ। ਕੌਮੀ ਇਤਿਹਾਸ ਲਿਖਣ ਲਈ ਇਹ ਆਪਣਤ ਦਾ ਭਾਵ ਪੈਦਾ ਕਰਨਾ ਜ਼ਰੂਰੀ। ਦੂਜਾ ਘਾਟਾ ਸਾਡੇ ਇਤਿਹਾਸ ਵਿੱਚ ਇਹ ਹੈ ਕਿ ਇਸ ਵਿੱਚ ਪੋਲੀਟੀਕਲ ਦਾਅਵ ਦਾ ਹੀ ਜ਼ਿਕਰ ਕੀਤਾ ਹੁੰਦਾ ਹੈ। ਹਿੰਦੂਆਂ ਦਾ ਇਤਿਹਾਸ ਕੋਈ ਨਹੀਂ ਲਿਖਦਾ, ਕੇਵਲ ਹਿੰਦ ਵਿੱਚ ਚੰਦ ਮੁਗਲ ਪਾਤਸ਼ਾਹਾਂ ਦਾ ਤੇ ਅੰਗਰੇਜ਼ ਲਾਟਾਂ ਦਾ ਹਾਲ ਦਿੱਤਾ ਹੁੰਦਾ ਹੈ। ਬਾਬਰ ਦਾ ਆਪਣੇ ਬਿਮਾਰ ਪੁੱਤਰ ਦੇ ਬਿਸਤਰੇ ਦੁਆਲੇ 3 ਵਾਰੀ ਫਿਰਨਾ ਜ਼ਰੂਰ ਲਿਖਿਆ ਹੋਵੇਗਾ, ਪਰ ਜਿਹੜੇ ਲੋਕ ਉਸ ਵੇਲੇ ਕੌਮਾਂ ਦੀ ਨੀਂਹ ਰਚ ਰਹੇ ਸਨ, ਉਨ੍ਹਾਂ ਦਾ ਜ਼ਿਕਰ ਨਹੀਂ ਹੋਵੇਗਾ। ਬਾਬਰ ਦੀ ਆਪਣੀ ਤੁਜ਼ਕ ਵਿੱਚੋਂ ਲੈ ਕੇ ਇਹ ਗੱਲ ਤਾਂ ਲਿਖ ਦੇਣਗੇ ਕਿ ਉਹ ਹਿੰਦੁਸਤਾਨ ਦੀ ਧਰਤੀ ਨੂੰ, ਇੱਥੇ ਦੇ ਲੋਕਾਂ ਨੂੰ ਪਸੰਦ ਨਹੀਂ ਸੀ ਕਰਦਾ, ਕਿਉਂਕਿ ਇੱਥੇ ਦੇ ਲੋਕ ਬਰਫ਼ ਦੀ ਵਰਤੋਂ ਨਹੀਂ ਸਨ ਜਾਣਦੇ ਜਾਂ ਹੋਰ ਸ਼ੌਕੀਨੀਆਂ ਨਹੀਂ ਸਨ ਕਰਦੇ, ਸਗੋਂ ਉਸ ਦੀ ਰਾਏ ਹਿੰਦ ਦੇ ਡੱਡੂਆਂ ਬਾਬਤ ਵੀ ਲਿਖ ਦੇਣਗੇ, ਪਰ ਗੁਰੂ ਨਾਨਕ ਸਾਹਿਬ ਦੇ ਉਨ੍ਹਾਂ ਖੂਨੀ ਸੋਹਲਿਆਂ ਦਾ ਜ਼ਿਕਰ ਨਹੀਂ ਕਰਨਗੇ ਜਿਨ੍ਹਾਂ ਵਿੱਚ ਬਾਬਰ ਦੇ ਆਉਣ ਉੱਤੇ ਜੋ ਹਿੰਦੂਆਂ ਤੇ ਮੁਸਲਮਾਨਾਂ ਦੀ ਬਾਬਤ ਹੋਈ, ਕੀਰ ਨੇ ਪਾ ਕੇ ਦੱਸੀ ਹੈ। ਸਤੀ ਰਸਮ ਦੇ ਹਟਾਉਣ ਦਾ ਸਿਹਰਾ ਵਿਲੀਅਮ ਬੈਨਟਿੰਗ ਦੇ ਸਿਰ ਰੱਖਿਆ ਹੋਵੇਗਾ, ਪਰ ਜਿਸ ਰਾਮ ਮੋਹਨ ਰਾਏ ਦੀ ਦੌੜ ਭੱਜ ਤੇ ਉਦਮ ਨਾਲ ਇਹ ਕੰਮ ਸਿਰੇ ਚੜ੍ਹਿਆ, ਉਸ ਦਾ ਬਹੁਤ ਘੱਟ ਜ਼ਿਕਰ ਹੋਵੇਗਾ। ਲੋਕਾਂ ਦੀ ਰਹਿਣੀ ਬਹਿਣੀ, ਖਾਣ ਪੀਣ, ਦੁੱਖ ਸੁੱਖ, ਬੋਲੀ ਅਤੇ ਖਿਆਲ ਦੇ ਵਟਾਂਦਰੇ, ਰਸਮ ਰਿਵਾਜ ਦੇ ਲਹਾਵ ਚੜਾਓ, ਜਵਾਨੀ, ਖੂਬਸੂਰਤੀ ਤੇ ਪਿਆਰ ਦੇ ਭਾਵਾਂ ਵਾਲੇ ਸਾਹਿਤ ਨੂੰ ਲਾਂਬੇ ਰੱਖ ਕੇ ਕੇਵਲ 2-3 ਝਗੜਾਲੂਆਂ ਦੇ ਪੋਲੀਟੀਕਲ ਝਗੜਿਆਂ ਦੇ ਵੇਰਵੇ ਦੇ ਕੇ ਸਫੇ ਕਾਲੇ ਕੀਤੇ ਹੁੰਦੇ ਹਨ। ਇਹ ਹਿੰਦ ਦਾ ਇਤਿਹਾਸ ਨਹੀਂ, ਇਹ ਤਾਂ ਹਿੰਦ ਵਿੱਚ ਮੁਗਲ ਪਾਤਸ਼ਾਹਾਂ ਦਾ ਹਾਲ ਹੈ। ਜਾਂ ਹਿੰਦ ਦਾ ਇਤਿਹਾਸ ਤਦ ਲਿਖਿਆ ਜਾਵੇਗਾ ਜਦ ਹਿੰਦ ਵਿੱਚ ਮੁਗਲ ਲੋਕਾਂ ਦੇ ਹਾਲ ਵੱਲ ਰੁਚੀ ਕਰਕੇ ਉਨ੍ਹਾਂ ਦੀ ਜ਼ਿੰਦਗੀ ਨੂੰ ਹਲੂਣੇ ਦੇਣ ਵਾਲੀਆਂ ਗੱਲਾਂ ਦਾ ਜ਼ਿਕਰ ਕੀਤਾ ਜਾਵੇਗਾ। ਇਹਨਾਂ ਗੱਲਾਂ ਦੇ ਲੱਭਣ ਲਈ ਲੋਕਾਂ ਦੇ ਆਪਣੇ ਸਾਹਿਤ ਖਾਸ ਕਰਕੇ ਉਨ੍ਹਾਂ ਦੇ ਵਿਹੜਿਆਂ ਵਿੱਚ ਸਦੀਆਂ ਤੋਂ ਪੈਂਦੇ ਆਏ ਗਿੱਧੇ, ਗੀਤਾਂ ਅਤੇ ਰਵਾਇਤਾਂ ਦੀ ਖੋਜ ਪੜਤਾਲ ਕਰਨੀ ਜ਼ਰੂਰੀ ਹੈ। ਇਹ ਗੀਤ ਤੇ ਰਵਾਇਤਾਂ ਭਾਵੇਂ ਸਿੱਧਾ ਇਤਿਹਾਸਕ ਮਸਾਲਾ ਨਹੀਂ, ਫਿਰ ਵੀ ਇਹ ਹੋਰ ਕਈ ਤਰ੍ਹਾਂ ਦੇ ਮਸਾਲੇ ਨਾਲੋਂ ਵਧੇਰੇ ਨਿਰਪੱਖ ਹੁੰਦਾ ਹੈ, ਕਿਉਂਕਿ ਇਹਨਾਂ ਦੇ ਤਿਆਰ ਕਰਨ ਵਿੱਚ ਹਿੰਦੂਆਂ, ਮੁਸਲਮਾਨਾਂ ਦਾ ਸਾਂਝਾ ਤੇ ਨਿਰਪੱਖ ਜ਼ੋਰ ਲੱਗਾ ਹੁੰਦਾ ਹੈ ਅਤੇ ਇਸ ਵਿੱਚ ਕੋਈ ਝੂਠਾ ਪ੍ਰੋਪੇਗੈਂਡਾ ਨਹੀਂ ਕੰਮ ਕਰ ਰਿਹਾ ਹੁੰਦਾ। ਨਾਲੇ ਇਸ ਵਿੱਚ ਲੋਕਾਂ ਦੇ ਕੁਦਰਤੀ ਸੁਭਾਅ ਦਾ ਅਕਸ ਪਿਆ ਹੁੰਦਾ ਹੈ। ਇਸ ਕੁਦਰਤੀ ਸੁਭਾਅ ਨੂੰ ਪਛਾਣੇ ਬਿਨਾਂ ਇਤਿਹਾਸ ਲਿਖਣਾ ਨਿਰਾ ਹਨੇਰੇ ਵਿੱਚ ਡਾਂਗਾ ਮਾਰਨਾ ਹੈ। ਇਹ ਗੀਤ ਵੇਦਕ ਜ਼ਮਾਨੇ ਤੋਂ ਬਣਦੇ ਆਏ ਹਨ, ਇਹਨਾਂ ਵਿੱਚ ਸਦੀਆਂ ਤੋਂ ਉਸਰਦੇ ਖਿਆਲ ਤੇ ਵਿਆਹਾਂ ਢੰਗਾਂ ਦੇ ਰਿਵਾਜ ਭਰੇ ਪਏ ਹਨ। ਇਹਨਾਂ ਦੀਆਂ ਸੁਰਾਂ ਨੂੰ ਗਹੁ ਨਾਲ ਸੁਣੋ ਤਾਂ ਵੇਦਕ ਸੰਗੀਤ ਦੀ ਕਣਸੋ ਪੈਂਦੀ ਹੈ। ਇਹਨਾਂ ਪੇਂਡੂ ਗੀਤਾਂ ਤੇ ਰਵਾਇਤਾਂ ਦੀ ਬੇਕਦਰੀ ਦਾ ਕਾਰਨ ਇਹ ਵੀ ਹੈ ਕਿ ਨਵੀਂ ਸੱਭਿਅਤਾ ਜੋ ਪੱਛਮ ਤੋਂ ਆ ਰਹੀ ਹੈ, ਸ਼ਹਿਰੀ ਜੀਵਨ ਵੱਲ ਹੀ ਖਿੱਚ ਪਾਉਂਦੀ ਹੈ। ਜਿਸ ਨੂੰ ਵੀ ਇਸ ਨਵੀਂ ਤਹਿਜ਼ੀਬ ਦੀ ਹਵਾ ਲੱਗਦੀ ਹੈ ਜਾਂ ਕੁਝ ਪੜ੍ਹ ਲਿਖ ਜਾਂਦਾ ਹੈ, ਉਹ ਪਿੰਡ ਛੱਡ ਕੇ ਸ਼ਹਿਰਾਂ ਵੱਲ ਭੱਜਦਾ ਹੈ। ਪਿੰਡ ਖਾਲੀ ਹੋ ਰਹੇ ਹਨ ਅਤੇ ਸ਼ਹਿਰ ਵੱਧ ਰਹੇ ਹਨ। ਸ਼ਹਿਰਾਂ ਤੇ ਪਿੰਡਾਂ ਦੀ ਜ਼ਿੰਦਗੀ ਵਿੱਚ ਬਹੁਤ ਫਰਕ ਪੈ ਗਿਆ ਹੈ। ਪੇਂਡੂ ਲੋਕ ਆਪਣੀਆਂ ਪੁਰਾਣੀਆਂ ਰਵਾਇਤਾਂ ਨੂੰ ਔਖੇ ਸੌਖੇ ਹੋ ਕੇ ਚਲਾ ਰਹੇ ਹਨ ਅਤੇ ਦਿਮਾਗੀ ਤੇ ਉੱਚੇ ਖਿਆਲਾਂ ਵਾਲੇ ਲੋਕਾਂ ਦੀ ਸੰਗਤ ਤੋਂ ਵਾਂਝੇ ਰਹਿ ਕੇ ਆਪਣੀ ਰਹਿਣੀ ਬਹਿਣੀ ਕੁਝ ਬਹੁਤ ਸਵਾਰ ਕੇ ਨਹੀਂ ਰੱਖ ਸਕਦੇ।
ਦੂਜੇ ਪਾਸੇ ਸ਼ਹਿਰਾਂ ਵਿੱਚ ਰਹਿਣ ਵਾਲੇ ਖਾਸ ਕਰਕੇ ਪੜ੍ਹੇ ਲਿਖੇ ਸੱਜਣ ਇੱਕ ਨਿਹਾਇਤ ਬੇਰਵਾਇਤੀ ਤੇ ਕੋਰੀ ਜਿਹੀ ਜ਼ਿੰਦਗੀ ਬਣਾ ਰਹੇ ਹਨ। ਇਸ ਵਿੱਚ ਬਣਾਵਟੀ ਅੜਕ ਮੜਕ ਤਾਂ ਬਥੇਰੀ ਹੈ, ਪਰ ਕੁਦਰਤੀ ਖੁਸ਼ੀ ਜੋ ਨੱਚਣ ਟੱਪਣ ਜਾਂ ਗੀਤ ਦੇ ਰਾਹੀਂ ਪ੍ਰਗਟ ਹੁੰਦੀ ਹੈ, ਨਾ ਦਿਲਾਂ ਵਿੱਚ ਅਤੇ ਨਾ ਵਰਤੋਂ ਵਿੱਚ ਆਉਂਦੀ ਹੈ। ਇਉਂ ਮਾਲੂਮ ਹੁੰਦਾ ਹੈ ਕਿ ਅਸੀਂ ਆਪਣੇ ਦੇਸ਼ ਵਿੱਚ ਵਿਦੇਸ਼ੀ ਬਣ ਕੇ ਰਹਿ ਰਹੇ ਹਾਂ। ਸਿਨੇਮਾ ਜਾਂ ਥੀਏਟਰ ਖੁਸ਼ੀ ਦੇਣ ਦਾ ਉਪਰਾਲਾ ਤਾਂ ਕਰਦੇ ਹਨ, ਪਰ ਇਹ ਖੁਸ਼ੀ ਓਪਰੇ ਰੰਗ ਦੀ ਹੈ ਜੋ ਸਾਡੀ ਧਰਤੀ 'ਚੋਂ ਜਾਂ ਸਾਡੇ ਲੋਕਾਂ ਦੀ ਰਹਿਣੀ ਬਹਿਣੀ ਵਿੱਚੋਂ ਨਹੀਂ ਨਿਕਲੀ ਹੁੰਦੀ। ਕੁਝ ਰੁੱਖੇਪਣ ਦਾ ਕਾਰਨ ਇਹ ਵੀ ਹੈ ਕਿ ਸਾਡੇ ਸਮਾਜ ਦਾ ਸੁਧਾਰ ਸ਼ਹਿਰੀਆਂ ਦੇ ਹੱਥ ਹੈ ਤੇ ਇਹ ਲੋਕ ਸੁਧਾਰ ਦੀ ਤੇਜ਼ੀ ਵਿੱਚ ਅਯੋਗ ਰੀਤਾਂ ਨੂੰ ਹਟਾਉਣ ਦੇ ਕਈ ਯੋਗ ਅਤੇ ਨਿਰਦੋਸ਼ ਖੁਸ਼ੀ ਦੇ ਸਮਾਨ ਵੀ ਹਟਾ ਰਹੇ ਹਨ। ਇੱਕ ਸੁਣ ਜਿਹੀ ਜਾਪਦੀ ਹੈ, ਉਹ ਜੰਜਾਂ ਕਿੱਥੇ, ਉਹ ਵੇਹਲ, ਉਹ ਖੁੱਲ, ਉਹ ਚਾਅ, ਉਹ ਕੜੀਆਂ, ਉਹ ਸੁਹਾਗ, ਉਹ ਗਿੱਧੇ, ਉਹ ਧੂੜਾਂ ਦਾ ਉਠਾਉਣਾ ਰਲ ਮਿਲ, ਉਹ ਪ੍ਰਚੰਨ ਹੇਠ ਚੰਨਿਆਨ ਬੰਨੇ ਤੇ ਬੰਨਿਆਨ ਨੱਚ ਨੱਚ ਤਮ ਤਮ ਥਮ ਥਮ ਆਖਰ ਆਣਨ ਮੁੜ ਉਹ ਖੇੜ ਖਿਲੀਆਨ ਪੁਰਾਣੀਆਂ। ਵਿਆਹ ਸ਼ਾਦੀ ਦੇ ਢੰਗ ਤੇ ਨੜੋਏ ਦੀਆਂ ਰੀਤਾਂ ਵਿੱਚ ਬਹੁਤ ਫਰਕ ਨਹੀਂ ਰਿਹਾ। ਕੁੜੀਆਂ ਨੂੰ ਗੰਦੇ ਗੀਤ ਗਾਉਣ ਤੋਂ ਵਰਜਣਾ ਚੰਗਾ ਸੀ, ਪਰ ਮਿੱਠੇ ਸੁਹਾਗ ਦੇ ਗੀਤ ਕੋੜੀਆਂ ਅਤੇ ਸੋਹਣੀਆਂ ਨਿਰਦੋਸ਼ ਸਿੱਠਣੀਆਂ ਦੇਣ ਦੇ ਰਿਵਾਜ ਹਟਾ ਦੇਣ ਦਾ ਸਿੱਟਾ ਇਹ ਨਿਕਲੇਗਾ ਕਿ ਸਰਦੇ ਪੁੱਜਦੇ ਲੋਕ ਲੁਕ ਛਿਪ ਕੇ ਜਾਂ ਬੇਸ਼ਰਮ ਹੋ ਕੇ ਆਪਣੇ ਕੁਦਰਤੀ ਚਾਅ ਨੂੰ ਕਿਸੇ ਨਾ ਕਿਸੇ ਹੋਰ ਢੰਗ ਨਾਲ ਪੂਰਾ ਕਰਨਗੇ ਜੋ ਇਤਨਾ ਨਿਰਦੋਸ਼ ਨਹੀਂ ਹੋਵੇਗਾ। ਅਗਲੀਆਂ ਗੰਦੀਆਂ ਰਸਮਾਂ ਵੀ ਕਿਸੇ ਸਮੇਂ ਦੇ ਸੁਧਾਰਕਾਂ ਦੇ ਬੇਰਸੀ ਉੱਤੇ ਜ਼ੋਰ ਦੇਣ ਦਾ ਹੀ ਸਿੱਟਾ ਹਨ। ਸਮਾਜ ਦੇ ਉੱਚੇ ਲੋਕਾਂ ਦਾ ਸੋਹਣੇ ਮਿੱਠੇ ਗੀਤਾਂ ਨੂੰ ਛੱਡ ਦੇਣਾ ਨੀਵੇਂ ਦਰਜੇ ਦੇ ਲੋਕਾਂ ਨੂੰ ਆਪਣੀ ਖੁਸ਼ੀ ਦੇ ਢੰਗ ਆਪਣੇ ਹੱਥੀਂ ਬਣਾਉਣ ਉੱਤੇ ਮਜਬੂਰ ਕਰਦਾ ਹੈ ਅਤੇ ਇਹ ਲੋਕ ਇਕੱਲੇ ਰਹਿ ਕੇ ਆਪਣੇ ਆਪ ਨੂੰ ਕੀ ਦਾ ਕੀ ਬਣਾ ਲੈਂਦੇ ਹਨ, ਸ਼ਰਾਬਾਂ ਤੇ ਹੋਰ ਖਰਾਬੀਆਂ ਵਿੱਚ ਖੁਸ਼ੀ ਦੇਖਦੇ ਹਨ। ਅਸੀਂ ਇਹ ਵੇਖ ਕੇ ਹੋਰ ਦੁਰਾਡੇ ਜਾ ਵਸਦੇ ਹਾਂ ਅਤੇ ਕਦੀ ਆਪਣੇ ਪੇਂਡੂ ਭਰਾਵਾਂ ਨੂੰ ਵੇਖਣ ਦਾ ਮੌਕਾ ਮਿਲਦਾ ਹੈ ਤਾਂ ਇਉਂ ਪਾਸਦਾ ਹੈ ਜਿਵੇਂ ਕਿ ਇਹ ਲੋਕ ਸਾਡੇ ਦੇਸ਼ ਦੇ ਵਾਸੀ ਨਹੀਂ, ਕਿਸੇ ਉੱਪਰੇ ਅਸਮਾਨੋਂ ਟੱਠੇ ਹਨ। ਇਹ ਪਾੜ ਕਿਵੇਂ? ਇਹ ਸਵਾਲ ਬਹੁਤ ਔਖਾ ਤੇ ਗੁੰਝਲਦਾਰ ਹੈ, ਪਰ ਇਤਨੀ ਗੱਲ ਜਾਣ ਲੈਣੀ ਔਖੀ ਨਹੀਂ ਕਿ ਜਦੋਂ ਵੀ ਇਹ ਪਾੜ ਮਿਲਣਾ ਹੈ, ਕੌਮ ਦੇ ਦੋਹਾਂ ਹਿੱਸਿਆਂ ਦੇ ਹੇਠਾਂ ਵਗਦੀ ਇੱਕ ਸਾਂਝਾ ਦੀ ਰੌਂ ਨੂੰ ਸੁਰਜੀਤ ਕਰਨ ਨਾਲ ਹੀ ਮਿਲਣਾ ਹੈ। ਇਸ ਸਾਂਝਾ ਦਾ ਵੱਡਾ ਹਿੱਸਾ ਪੇਂਡੂਆਂ ਅਤੇ ਸ਼ਹਿਰੀਆਂ ਦੀ ਖੁਸ਼ੀ ਗਮੀ ਦੇ ਗੀਤ ਹਨ। ਸਾਡੇ ਕਵੀ ਸ਼ਹਿਰਾਂ ਵਿੱਚ ਰਹਿੰਦੇ ਸ਼ਹਿਰੀ ਸੂਬਾ ਦੇ ਹੋ ਗਏ ਹਨ, ਉਹ ਤਾਂ ਨਵੇਂ ਗੀਤ ਲਿਖਣੋਂ ਰਹੇ। ਹਾਂ, ਪਿੰਡਾਂ ਦੇ ਤਿਰਨਣਾਂ ਵਿੱਚ ਬੈਠੀਆਂ ਤੀਵੀਆਂ ਜਾਂ ਗਿੱਧੇ ਵਿੱਚ ਨੱਚਦੇ ਗੱਭਰੂ ਤੇ ਮੁਟਿਆਰਾਂ ਅਜੇ ਤੱਕ ਗੀਤਾਂ ਦੀਆਂ ਨਵੀਆਂ ਕਾਦਾਂ ਕੱਢੀ ਜਾਂਦੇ ਹਨ। ਪਰ ਅਫਸੋਸ ਕਿ ਥੋੜ੍ਹੇ ਚਿਰ ਮਗਰੋਂ ਨਵੀਂ ਸੱਭਿਅਤਾ ਦੇ ਪਹੁੰਚਣ ਉੱਤੇ ਇਹ ਰਹਿੰਦੇ ਖੂਹ ਦੇ ਸੋਮੇਨ ਵੀ ਸੁੱਕ ਜਾਣਗੇ। ਜੇ ਕਿਸੇ ਸਮੇਂ ਫਿਰ ਸਾਡੀ ਆਪਣੀ ਤਹਿਜ਼ੀਬ ਵਿੱਚ ਮਾਣ ਪੈਦਾ ਹੋਣਾ ਹੈ, ਜੋ ਕਦੀ ਫਿਰ ਸਾਡੀ ਆਪਣੀ ਜ਼ਿੰਦਗੀ ਵਿੱਚ ਰੂਹ ਨੇ ਰੁਮਕਣਾ ਹੈ, ਤਾਂ ਉਸ ਲਈ ਪੁਰਾਣੀ ਲਾਗ ਨੂੰ ਕਾਇਮ ਰੱਖਣ ਲਈ ਸਾਨੂੰ ਚਾਹੀਦਾ ਹੈ ਕਿ ਗੀਤ ਭੰਡਾਰ ਨੂੰ ਸਾਂਭ ਰੱਖੀਏ। ਇਹ ਗੀਤ ਹੌਲੀ ਸਾਡੀ ਯਾਦੋਂ ਲਹਿ ਰਹੇ ਹਨ, ਕੁਝ ਚਿਰ ਹੋਰ ਸਾਰਨਾ ਲਈ ਤਾਂ ਮੂਲੋਂ ਹੀ ਦੁਰਲੱਭ ਹੋ ਜਾਣਗੇ। ਫਿਰ ਟੈਕਸਲਾ ਤੇ ਮੋਹਨਜੋਦੜੋ ਦੇ ਥੇਹਾਨ ਵਾਕਰ ਇਹਨਾਂ ਗੀਤਾਂ ਦੀਆਂ ਟੁੱਟੀਆਂ ਫੁੱਟੀਆਂ ਤੁਕਾਂ ਨੂੰ ਸਹਿਕਦੇ ਫਿਰਾਂਗੇ।